ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਅਸ਼ਟਪਦੀ ਦੂਜੀ ਸ਼ਲੋਕ। ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਆਇ ਨਾਥ। शरण तुम्हारी आयो नानक के प्रभ साथ। दीन दर्द दुख भंजना घट घट नाथ अनाथ। शरण तुम्हारी आयो नानक के प्रभ साथ। पहली अष्टपदी ਜਿੱਥੇ ਸ਼ੁਰੂ ਹੁੰਦੀ ਹੈ ਸੁਖਮਨੀ ਸਾਹਿਬ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਿਮਰਨ ਤੋਂ ਭਾਵ ਸਮਝੋ, ਸਮਝ ਕੇ ਜਿਹੜਾ ਗਿਆਨ ਪ੍ਰਾਪਤ ਹੁੰਦਾ ਉਹਨੂੰ ਸਿਮਰਨ ਕਿਹਾ। ਸਿਮਰਨ ਤੋਂ ਬਾਅਦ ਜਦੋਂ ਮਨ ਬੁੱਧੀ ਨੂੰ ਗਿਆਨ ਹੁੰਦਾ ਹੈ, ਮਨ ਜੀਤੇ ਜਗ ਜੀਤ, ਬੁੱਧੀ ਮਨ ਤੇ ਵਿਜੇ ਪ੍ਰਾਪਤ ਕਰ ਲੈਂਦੀ ਹੈ। ਫਿਰ ਸ਼ਰਨ ਜਾਂਦੀ ਹੈ ਸੰਸਾਰ ਦਾ ਕੰਮ ਮੁਕਾ ਕੇ। ਕੰਮ ਕਾਰ ਅਸੀਂ ਸਾਰੇ ਉਹ ਕਰੀ ਜਾਂਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਵਿਚਾਰਦੇ ਹਾਂ, ਧਰਮ ਕਰਮ ਵੀ ਉਹੀ ਕਰੀ ਜਾਂਦੇ ਜਿਹੜੇ ਸਰੀਰ ਨਾਲ ਜੁੜੇ ਹੋਏ ਆ। ਇਹ ਸਰੀਰ ਦਾ ਜਿਹੜਾ ਕੰਮ ਹੈ, ਸੰਸਾਰ ਦਾ ਜਿਹੜਾ ਇੱਛਾ ਦਾ ਤਿਆਗ ਕਰਕੇ ਫਿਰ ਤਾਂ ਆਪਾਂ ਜਾਣਾ ਸ਼ਰਨ ਉਹਦੀ। ਵੀ ਸਤਿਗੁਰਾਂ ਨੇ ਸਮਝਾਇਆ ਦੀਨ ਦਰਦ ਦੁੱਖ ਭੰਜਨਾ, ਦੀਨ ਸੱਚ, ਦੀਨ ਬੰਧੂ, ਉਹਦੀ ਸ਼ਰਨ ਜਾਣਾ ਆਪਾਂ। ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ, ਪਾਉ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਅਸੀਂ ਆਪਦੇ ਆਪ ਹੀ ਆਪਦਾ ਜੀਵਨ ਖਰਾਬ ਕਰ ਲੈਂਦੇ ਹਾਂ, ਸੰਸਾਰੀ ਵਡਿਆਈਆਂ ਖਾਤਰ, ਸੰਸਾਰੀ ਸੋਭਾ ਖਾਤਰ। ਇਹ ਸਾਰਾ ਤਿਆਗ ਕਰਕੇ, ਇਹ ਕੰਮ ਮੁਕਾ ਕੇ ਫਿਰ ਆਤਮਾ ਮਨ ਬੁੱਧੀ ਆਪਦੇ ਮੂਲ ਹਰ ਸੱਚ ਦੀ ਸ਼ਰਨ ਜਾਂਦੇ ਨੇ। ਉਹੀ ਤਾਂ ਨਾਥ ਹੈ ਜਿਹਨੇ ਸਾਰਿਆਂ ਦੇ ਨੱਥ ਪਾਈ ਹੋਈ ਹੈ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਸਾਰੀ ਸ੍ਰਿਸ਼ਟੀ ਗਿਆਨ ਸੂਤ 'ਚ ਉਹਨੇ ਪਰੋ ਕੇ ਰੱਖੀ ਹੋਈ ਆ। ਕੋਈ ਵੀ ਕਿਤੇ ਨਹੀਂ ਭੱਜ ਸਕਦਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ। ਜਦ ਤੱਕ ਅਸੀਂ ਹੁਕਮ ਨੂੰ ਬੁੱਝਦੇ ਨਹੀਂ, ਸਮਝਦੇ ਨਹੀਂ, ਉਹਦੀ ਕਿਰਪਾ ਰਹਿਮਤ ਨਹੀਂ ਹੁੰਦੀ, ਉਸ ਤੋਂ ਪਹਿਲਾਂ ਤਾਂ ਸਾਡਾ ਛੁਟਕਾਰਾ ਹੀ ਨਹੀਂ ਹੈਗਾ। ਇਹੀ ਤੇ ਬੁੱਝਣ ਆਏ ਹਾਂ, ਹੁਕਮ ਬੂਝ ਪਰਮ ਪਦ ਪਾਇਆ। ਇਹ ਪ੍ਰਾਪਤੀ ਕਰਨੀ ਹੈ ਆਪਾਂ। ਸ਼ਰਨ ਤਾਂ ਭਾਈ ਤਈਓ ਜਾਵਾਂਗੇ ਆਪਾਂ ਜੇ ਆਪਣਾ ਸੰਸਾਰੀ ਜਿਹੜੀ ਯਾਤਰਾ ਵਾ ਇਹ ਮੁੱਕੂਗੀ। ਹਾਲੇ ਤਾਂ ਇੱਧਰੋਂ ਹੀ ਨਹੀਂ ਕੰਮ ਮੁੱਕਿਆ। ਆਪਾਂ ਇਹਦੇ ਵਿੱਚ ਹੀ ਆਪਾਂ ਬੜੀਆਂ ਬੜੀਆਂ ਪ੍ਰਾਪਤੀਆਂ ਮੰਨੀ ਬੈਠੇ ਹਾਂ। ਸੰਸਾਰੀ ਉੱਚੇ ਰੁਤਬੇ, ਸੰਸਾਰੀ ਵਡਿਆਈਆਂ, ਸੰਸਾਰੀ ਸੋਭਾ, ਸੰਸਾਰੀ ਸੰਪਤ, ਜਿਹੜੀ ਆਤਮਾ ਦੀ ਸੰਪਤ, ਧਨ ਨਾਮ ਧਨ ਹੈ, ਉਹਦੇ ਬਾਰੇ ਸਾਨੂੰ ਗਿਆਨ ਨਹੀਂ। ਉਹ ਤਾਂ ਪਹਿਲੇ ਹੀ ਅਸ਼ਟਪਦੀ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਭਾਈ ਸਮਝ ਕੇ ਜਿਹੜਾ ਇਹ ਤੁਸੀਂ ਇਹ ਗੁਰੂ ਸ਼ਬਦ ਦਾ ਗਿਆਨ ਇਹ ਪ੍ਰਾਪਤ ਕਰਨਾ ਹੈ, ਫਿਰ ਆਪਾਂ ਨੂੰ ਇਹ ਪ੍ਰਾਪਤੀ ਹੋਣੀ ਹੈ। ਫਿਰ ਇਹ ਕਲੇਸ਼ਾਂ ਦਾ ਨਾਸ ਹੋਣਾ। ਫਿਰ ਇੱਥੋਂ ਕੰਮ ਮੁੱਕ ਜਾਂਦਾ ਹੈ। ਮਨ ਜੀਤੇ ਜਗ ਜੀਤ ਤੋਂ ਭਾਵ ਮਨ ਬੁੱਧੀ ਸੂਝਵਾਨ ਹੋ ਜਾਂਦੇ ਨੇ। ਫਿਰ ਇਹ ਆਪਦੇ ਘਰ ਨੂੰ ਚਲੇ ਜਾਂਦੇ ਨੇ। ਸ਼ਰਨ ਜਾਣਾ ਹੁੰਦਾ ਆ ਆਪਦੇ ਘਰ ਨੂੰ। ਬਾਹਰਲਾ ਕੰਮ ਮੁਕਾਵਾਂਗੇ ਫਿਰ ਹੀ ਆਪਾਂ ਸ਼ਰਨ ਜਾਵਾਂਗੇ। ਆਪਾਂ ਤਾਂ ਸਾਰਾ ਕੁਛ ਇੱਥੇ ਹੀ ਮੰਨੀ ਬੈਠੇ ਹਾਂ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਉਹ ਚਿੰਤਾ ਤਾਂ ਹਲੇ ਆਪਣੀ ਬਾਕੀ ਹੈ। ਆਪਾਂ ਤਾਂ ਸੰਸਾਰੀ ਚਿੰਤਾ ਦੇ ਵਿੱਚ ਹੀ ਸਾਰਾ ਜੀਵਨ ਕੱਢ ਦਿੰਦੇ ਹਾਂ। ਕਹਿੰਦੇ ਵੀ ਹੈ ਸਰਬ ਰੋਗ ਕਾ ਔਖਦ ਨਾਮ, ਵੀ ਸਾਰੀ ਬਿਮਾਰੀਆਂ ਦਾ ਇਲਾਜ ਨਾਮ ਹੈ। ਨਾਮ ਕੀ ਹੈ ਉਹਨੂੰ ਤਾਂ ਸਮਝਣਾ ਸੀਗਾ। ਸੰਸਾਰ 'ਚ ਜਿੰਨੀਆਂ ਵੀ ਅਸੀਂ ਪਿੱਛੇ ਤੋਂ ਦੇਖਦੇ ਹਾਂ ਪ੍ਰਚਲਿਤ ਮੱਤਾਂ ਜੋ ਅਸੀਂ ਕਰਦੇ ਆਏ ਹਾਂ, ਸੰਸਾਰ ਕਰਦਾ ਹੈ ਔਰ ਕਰਦਾ ਹੀ ਰਹੂਗਾ। ਉਹ ਸਾਰੇ ਜਿੰਨੇ ਵੀ ਧਰਮ ਕਰਮ ਨੇ ਸਾਰੇ ਹੀ ਸਰੀਰ ਕਰਕੇ ਨੇ। ਸਰੀਰ ਕਰਕੇ ਫਿਰ ਸਰੀਰ ਦੇ ਭੇਖ 'ਚੋਂ ਹੰਕਾਰ ਪੈਦਾ ਹੋ ਜਾਂਦਾ। ਗਿਆਨ ਤਾਂ ਪੈਦਾ ਨਹੀਂ ਹੁੰਦਾ। ਅਣਖ ਤਪੱਸਿਆ ਕਰੇ ਹੰਕਾਰ,
ਉਹੀ ਤਾਂ ਆਪਾਂ ਨੂੰ ਜੋੜ ਨਹੀਂ ਦਿੰਦਾ, ਉਹੀ ਤਾਂ ਆਪਣਾ ਸੰਸਾਰ ਦਾ ਕੰਮ ਨਿਬੇੜ ਨਹੀਂ ਦਿੰਦਾ ਹੈਗਾ। ਇਹੀ ਤਾਂ ਮੁਕਾਉਣਾ ਸੀ ਆਪਾਂ, ਫੇਰ ਹੀ ਸ਼ਰਨ ਜਾਵਾਂਗੇ ਆਪਾਂ। ਦੇਵ ਲੋਕ ਦਸੋਂ ਦਵਾਰ ਜਿਹਨੂੰ ਬਾਣੀ ਵਿੱਚ ਕਿਹਾ ਵਾ, ਹਰਿਮੰਦਰ ਕਿਹਾ ਵਾ, ਮਸੀਤ ਕਿਹਾ, ਅਨੇਕਾਂ ਨਾਮ ਦੇ ਕੇ ਆਪਾਂ ਨੂੰ ਬਾਣੀ ਵਿੱਚ ਸਮਝਾਇਆ ਗਿਆ ਵੀ ਉੱਥੇ ਜਾਣਾ ਭਾਈ ਤੈਂ। ਰੋਜ਼ ਪੜ੍ਹਦੇ ਵੀ ਆਪਾਂ ਸ਼ਲੋਕ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਪਰ ਸਾਨੂੰ ਹਾਲੇ ਕਿਰਪਾ ਰਹਿਮਤ ਹੋਈ ਹੀ ਨਹੀਂ ਕੁਦਰਤ ਦੀ। ਉਹੀ ਤਾਂ ਆਪਾਂ ਲੈਣੀ ਸੀ, ਉਹੀ ਤਾਂ ਭਗਤੀ ਹੈ ਇਹ। ਉਹੀ ਸਤਿਗੁਰਾਂ ਨੇ ਦੂਜੀ ਅਸ਼ਟਪਦੀ ਸ਼ਲੋਕ 'ਚ ਆਪਾਂ ਨੂੰ ਸਮਝਾਇਆ, ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ, ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਦੁੱਖਾਂ ਦਾ ਛੁਟਕਾਰਾ ਹੋਣਾ, ਖਤਮ ਹੋਣੇ ਨੇ, ਫਿਰ ਹੀ ਆਪਾਂ ਉੱਥੋਂ ਜਾਵਾਂਗੇ। ਚਿੰਤਾ ਤਾਂ ਆਪਣੇ ਅੰਦਰ ਉਵੇਂ ਹੀ ਹੈ, ਫਿਰ ਜਾਵਾਂਗੇ ਕਿਵੇਂ? ਸੰਸਾਰ ਵਾਲੇ ਛੱਡਿਆ ਨਹੀਂ ਆਪਾਂ। ਭਗਤ ਆਪਦੇ ਆਪ ਨੂੰ ਅਸੀਂ ਮੰਨ ਲੈਂਦੇ ਹਾਂ ਸਰੀਰ ਕਰਕੇ, ਆਤਮਾ ਕਰਕੇ ਪੂਰਨ ਹੋਣਾ ਵਾ। ਸਰੀਰ ਕਰਕੇ ਤਾਂ ਸਾਰੇ ਪੂਰਨ ਧਰਮ ਮੰਨਦੇ ਨੇ। ਇਹ ਧਰਮ ਦੁਨੀਆ ਤੋਂ ਵੱਖਰਾ ਹੈ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਸਭ ਤੋਂ ਪਹਿਲਾਂ ਸਾਨੂੰ ਇਹ ਗਿਆਨ ਹੋਣਾ ਹੈ। ਬਾਣੀ ਇੱਕ ਦਾ ਗਿਆਨ ਕਰਾਉਂਦੀ ਹੈ। ਇੱਕ ਹੋਣੇ ਜੀਵ ਆਇਆ, ਇਹ ਯੁਗ ਮੇਂ ਇੱਕ ਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ, ਮਾਇਆ ਤੋਂ ਖਹਿੜਾ ਛਡਾਉਣਾ। ਹੁਣ ਆਪਦੀ ਮਾਤਰਾ ਤਾਂ ਆਪਾਂ ਛੁਡਾ ਨਹੀਂ ਸਕਦੇ, ਉਹੀ ਤਾਂ ਕਿਰਪਾ ਲੈਣੀ ਸੀ। ਗੁਰ ਕੀ ਮੱਤ ਤੋਂ ਲਿਹੋਏ ਆਣੇ, ਭਗਤੀ ਬਿਨਾ ਡੂਬੇ ਸਿਆਣੇ। ਸਤਿਗੁਰਾਂ ਨੇ ਬਾਰ-ਬਾਰ ਆਪਾਂ ਨੂੰ ਸਮਝਾਇਆ ਵਾ ਵੀ ਪਹਿਲਾਂ ਆਪਾਂ ਸੰਸਾਰ ਦਾ ਕੰਮ ਨਿਬੇੜੀਏ, ਸੰਸਾਰ 'ਚੋਂ ਛੁਟਕਾਰਾ ਪਾਈਏ। ਮ੍ਰਿਤ ਲੋਕ ਆ ਜਿੱਥੇ ਆਪਾਂ ਬੈਠੇ ਹਾਂ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਮਾਈ ਬਾਣੀ ਨੇ ਜੀਵਨ ਸਾਜਣਾ। ਆਪਾਂ ਗੁਰ ਸ਼ਬਦ ਦੇ ਪਿੱਛੇ ਆਪਾਂ ਚੱਲਣਾ ਹੈ, ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਣਾ, ਇਹਦੇ ਧਾਰਨੀ ਬਣਨਾ ਵਾ। ਨਦੀਆਂ ਪਵਹਿ ਸਮੁੰਦਰ ਨਾ ਜਾਣੀਏ, ਨਦੀਆਂ ਨਾਲੇ ਨਹੀਂ ਜਾਣਦੇ ਸਮੁੰਦਰ ਨੂੰ, ਪਰ ਇੱਕ ਦਿਨ ਸਮੁੰਦਰ ਦਾ ਹੀ ਰੂਪ ਹੋ ਜਾਂਦੇ ਨੇ। ਆਪਾਂ ਵੀ ਇਹੀ ਪ੍ਰਾਪਤੀ ਕਰਨੀ ਹੈ। ਸੰਸਾਰੀ ਕੰਮ ਮੁਕਾ ਕੇ ਆਪਾਂ ਵੀ ਸ਼ਰਨ ਜਾਣਾ ਵਾ। ਸੰਸਾਰੀ ਇੱਛਾ ਦਾ ਤਿਆਗ ਕਰਨਾ ਹੈ। ਸਾਡੀ ਇੱਛਾ ਨਾਲ ਸੰਸਾਰ ਨਹੀਂ ਚੱਲਦਾ। ਜੇ ਉਹਦੀ ਕਿਰਪਾ ਦੇਹੀ ਨਾ ਸਾਨੂੰ, ਉਹਦੀ ਰਹਿਮਤ ਨਾਲ ਦੇਹੀ ਮਿਲੀ ਹੈ, ਤਾਂ ਸੰਸਾਰੀ ਧਨ ਵੀ ਤਾਂ ਉਹਦੀ ਕਿਰਪਾ ਨਹੀਂ ਮਿਲਦਾ। ਉਹ ਵੀ ਆਪਾਂ ਨੂੰ ਅਨੇਕਾਂ ਉਪਦੇਸ਼ ਦੇ ਕੇ ਬਾਣੀ ਨੇ ਸਮਝਾਇਆ। ਜਿਸ ਧਨ ਕੋ ਚਾਰ ਕੋ ਟੁੱਟਤਾਵੇ, ਸੋ ਧਨ ਹਰ ਸੇਵਾ ਤੇ ਪਾਵੇ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈਂ ਗੱਲ ਚੰਗੀ। ਇਹੀ ਤਾਂ ਆਪਾਂ ਪ੍ਰਾਪਤੀ ਕਰਨੀ ਸੀਗੀ। ਸੰਸਾਰੀ ਰੰਗ ਭਾਵ ਮਾਇਆ ਦੇ ਗਿਆਨ, ਹਰ ਦਾ ਰੰਗ, ਹਰ ਕਥਾ, ਇਹ ਸਾਰੇ ਉਹਨੇ ਹੀ ਪੈਦਾ ਕੀਤੇ ਨੇ। ਸਭ ਕੁਛ ਤਿਸਕਾ ਉਹ ਕਰਨੇ ਹਾਰ, ਸਰਵ ਵਿਆਪੀ ਸ਼ਕਤੀ ਹੈ ਉਹ, ਉਹਨੇ ਸ੍ਰਿਸ਼ਟੀ ਸਾਜੀ ਹੈ। ਆਪਾਂ ਉਹਦੀ ਸ਼ਰਨ ਜਾਣਾ ਵਾ। ਉਹਦੀ ਸ਼ਰਨ ਤਾਂ ਜਾਵਾਂਗੇ, ਦੁੱਖਾਂ ਦਾ ਛੁਟਕਾਰਾ ਤਾਂ ਹੋਊ ਜੇ ਆਪਾਂ ਨੂੰ ਸੱਚ ਦਾ ਵਿਛੋੜਾ ਪਤਾ ਲੱਗੂ ਵੀ ਆਤਮਾ ਸੱਚ ਨੂੰ ਵਿਛੜੀ ਹੋਈ ਹੈ। ਫਿਰ ਆਪਣਾ ਦਰਦ ਜਿਹੜਾ ਹੈਗਾ ਸੱਚ ਨਾਲ ਮਿਲ ਕੇ ਜਾਣਾ ਵਾ। ਆਤਮਾ ਭਟਕਦੀ ਹੈ, ਆਤਮਾ ਦੀ ਗਤੀ ਹੋਣੀ ਹੈ, ਅਸੀਂ ਸਰੀਰ ਦੀ ਗਤੀ ਕਰੀ ਜਾਂਦੇ ਹਾਂ। ਇਸ ਕਰਕੇ ਕਰਾਹੇ ਪੈ ਜਾਂਦੇ ਹਾਂ। ਹੁਣ ਆਪਾਂ ਨੂੰ ਗੁਰਸ਼ਬਦ 'ਚੋਂ ਗਿਆਨ ਹੋਊ, ਫਿਰ ਆਪਾਂ ਸੰਸਾਰੀ ਕੰਮ ਮੁਕਾਉਣਾ ਵਾ। ਇਹਦਾ ਤਿਆਗ ਕਰਕੇ ਫਿਰ ਆਪਾਂ ਸ਼ਰਨ ਜਾਣਾ ਵਾ। ਉਹ ਕੀ ਹੈ? ਦੇਵ ਲੋਕ। ਉਹ ਕੀ ਹੈ? ਸੱਚਖੰਡ ਦਾ ਦਰਵਾਜ਼ਾ ਕਹਿ ਲਈਏ, ਦਰ ਕਹਿ ਲਈਏ। ਭਗਤ ਤੇਰੇ ਮਨ ਭਾਵੰਦੇ, ਦਰ ਸੋਹਣ ਕੀਰਤ ਗਾਵੰਦੇ। ਉਹਦੇ ਦਰ 'ਤੇ ਬਹਿ ਕੇ ਕੀਰਤੀ ਹੁੰਦੀ ਹੈ। ਉਹ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ, ਉੱਥੇ ਪਹੁੰਚਣਾ ਆਪਾਂ। ਉਹੀ ਸਤਿਗੁਰ ਸਮਝਾ ਰਹੇ ਨੇ। ਢੋਡੀ ਮਹੱਲਾ ਪੰਜਵਾਂ, ਪੰਚਮ ਪਾਤਸ਼ਾਹ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਉਹ ਚਿੰਤਾ ਫਿਰ ਨਾਮ ਤੋਂ ਬਾਅਦ ਆਪਣੀ ਜਾਣੀ ਹੈ। ਇਹ ਸੰਸਾਰੀ ਚਿੰਤਾ ਦਾ ਜਿਹੜਾ ਹੈਗਾ ਵਾ ਨਿਵਾਰਨ ਹੋ ਜਾਂਦਾ ਹੈ ਜੇ ਅਸੀਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ ਹਾਂ। ਉਹੀ ਸਤਿਗੁਰ ਸਮਝਾਉਂਦੇ ਨੇ, ਚਿੰਤਾ ਲਾਹੇ ਹਮਾਰੀ ਰਹਾਓ, ਅਵਰ ਨਾ ਸੂਝੇ ਦੂਜੀ ਠਾਹਰ, ਹਾਰ ਪਰਿਓ ਤੁਹ ਦੁਆਰੀ। ਸੰਸਾਰੀ ਧਰਮ ਨੂੰ ਦ੍ਰਿੜ ਕਰ ਲੈਂਦਾ ਹੈ, ਸੰਸਾਰੀ ਮੱਤਾਂ ਨੂੰ ਇਹ ਦ੍ਰਿੜ ਕਰ ਲੈਂਦਾ ਗੁਰਸ਼ਬਦ ਦੇ ਗਿਆਨ ਨਾਲ, ਫਿਰ ਇਹ ਸ਼ਰਨ ਜਾਂਦਾ। ਉਹੀ ਸਤਿਗੁਰ ਸਮਝਾਉਂਦੇ ਨੇ, ਅਵਰ ਨਾ ਸੂਝੇ ਦੂਜੀ ਠਾਹਰ, ਹਾਰ ਪਰਿਓ ਤੁਹ ਦੁਆਰੀ, ਲੇਖਾ ਛੋੜ ਅਲੇਖੇ ਛੂਟੇ, ਹਮ ਨਿਰਗੁਣ ਲਿਹੋ ਵਾਰੀ। ਸਤਿਗੁਰ ਸਮਝਾਉਂਦੇ ਨੇ ਸੰਸਾਰੀ ਜਿਹੜਾ ਇਹਦਾ ਲੇਖਾ, ਜੋ ਕਲਪਨਾ, ਸਭ ਖਤਮ ਹੋ ਜਾਂਦੀਆਂ ਨੇ ਜਦੋਂ ਇਹਨੂੰ ਸੱਚ ਦਾ ਗਿਆਨ ਹੋ ਜਾਂਦਾ। ਵਾਰ ਪਾਵੇ ਮਾਇਆ 'ਚ ਉੱਪਰ ਆ ਜਾਂਦਾ ਹੈ। ਇਹਨੂੰ ਸਮਝ ਆ ਜਾਂਦੀ ਹੈ, ਕਿਸ ਕਾਰਨ ਤੁਮ ਜਗ ਆਏ ਭਾਈ, ਕੀ ਵਜ੍ਹਾ ਸੀ ਸੰਸਾਰ 'ਚ ਆਉਣ ਦੀ? ਸਾਡੀ ਨਾਮ ਦੀ ਪ੍ਰਾਪਤੀ ਖਾਤਰ।
ਅੱਗੇ ਸਤਿਗੁਰ ਸਮਝਾਉਂਦੇ ਨੇ, ਸਦਾ ਬਖਸ਼ੰਦ ਸਦਾ ਮਿਹਰਬਾਨਾ, ਸਭਨਾਂ ਦੇ ਆਧਾਰੀ। ਕੋਈ ਵੀ ਭਾਈ ਉਹਦੇ ਦੁਆਰ 'ਤੇ ਜਾ ਸਕਦਾ ਹੈ, ਪਰ ਸਾਡਾ ਕੰਮ ਸੰਸਾਰ 'ਚੋਂ ਮੁੱਕਿਆ ਨਹੀਂ। ਗੁਣ ਸਾਡੇ 'ਚ ਕੋਈ ਨਹੀਂ, ਨਿਰਭਉ ਅਸੀਂ ਨਹੀਂ, ਨਿਰਵੈਰ ਅਸੀਂ ਨਹੀਂ, ਕਾਲ ਤੋਂ ਮੁਕਤ ਅਸੀਂ ਨਹੀਂ। ਅਜੂਨੀ ਸਰੀਰ 'ਚ ਫਸੇ, ਅਜੂਨੀ ਸਰੀਰ ਤੋਂ ਪਰੇ ਜਾਣਾ ਸੀਗਾ, ਪਰ ਭਗਤ ਅਸੀਂ ਫਿਰ ਵੀ ਬਣ ਜਾਂਦੇ। ਬਾਣੀ ਆਪਾਂ ਨੂੰ ਅਨੇਕਾਂ ਉਪਦੇਸ਼ ਦੇ ਕੇ ਸਮਝਾ ਰਹੀ ਹੈ। ਜਪਜੀ ਸਾਹਿਬ ਸਤਿਗੁਰਾਂ ਨੇ ਸਮਝਾਇਆ, ਬਿਨ ਗੁਣ ਕੀਤੇ ਭਗਤ ਨਾ ਹੋਏ। ਕਿਵੇਂ ਭਗਤੀ ਕਰਾਂ? ਗੁਣ ਸਾਡੇ 'ਚ ਕੋਈ ਨਹੀਂ, ਭੈ ਸਾਡੇ ਅੰਦਰੋਂ ਨਹੀਂ ਗਿਆ, ਬੈਰ ਵਿਰੋਧ ਲੋਕਾਂ ਦਾ ਸਾਡੇ ਅੰਦਰੋਂ ਨਹੀਂ ਗਿਆ। ਕਾਲ ਨੇ ਸਾਨੂੰ ਫਿਰ ਕਿਵੇਂ ਛੱਡਣਾ ਸੀਗਾ? ਇਹ ਸਰੀਰ ਨਾਲ ਅਸੀਂ ਜੁੜੇ ਹਾਂ, ਅਜੂਨੀ ਨਹੀਂ ਹੋਏ। ਚਾਰੇ ਗੁਣਾਂ ਸਾਡੇ 'ਚ, ਗੁਣ ਤਾਂ ਕੋਈ ਵੀ ਨਹੀਂ। ਸੰਸਾਰ ਹੀ ਕਿੱਡਾ ਵੱਡਾ ਵੀ ਕੋਈ ਰੁਤਬਾ ਪੀਰ ਪੈਗੰਬਰ ਆਪਦੇ ਆਪ ਨੂੰ ਕਹਾਵੇ, ਉਹ ਇਹ ਗੁਣਾਂ ਦਾ ਧਾਰਨੀ ਨਹੀਂ ਹੁੰਦਾ ਹੈਗਾ। ਇਹ ਗੁਣਾਂ ਦੇ ਧਾਰ ਨਹੀਂ ਹੋਣਾ ਆਪਾਂ। ਇਹ ਆਪਾਂ ਨੂੰ ਇੱਕ ਕਰਕੇ ਪ੍ਰਾਪਤੀ ਹੋਣੀ ਹੈ। ਜਦੋਂ ਆਪਾਂ ਬਾਣੀ ਨੂੰ ਵਿਚਾਰਦੇ ਰਹਿੰਦੇ ਹਾਂ, ਇਹ 'ਚੋਂ ਗਿਆਨ ਪੈਦਾ ਹੁੰਦਾ ਹੈ ਅਤੇ ਜੀਵ ਭੈ ਤੋਂ ਮੁਕਤ ਹੋ ਜਾਂਦਾ। ਉਸ ਤੋਂ ਬਾਅਦ ਜਦੋਂ ਭੈ ਤੋਂ ਮੁਕਤ ਹੁੰਦਾ, ਫਿਰ ਨਿਰਵੈਰ ਹੁੰਦਾ ਹੈ। ਸੰਸਾਰ ਨੇ ਇਹਦਾ ਵੈਰ ਵਿਰੋਧ ਕੱਟਿਆ ਜਾਂਦਾ। ਅੱਗੇ ਆਪਾਂ ਨੂੰ ਆਉਣਾ ਸੁਖਮਨੀ ਸਾਹਿਬ ਵਿੱਚ ਹੀ, ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਸ਼ਚਲ ਨਹੀਂ ਚੀਤ। ਇਕਾਗਰ ਅਵਸਥਾ ਨਹੀਂ ਭਾਈ ਪ੍ਰਾਪਤ ਹੁੰਦੀ ਆਪਾਂ ਨੂੰ। ਜਦ ਤੱਕ ਇਕਾਗਰ ਅਵਸਥਾ ਨਹੀਂ ਹੁੰਦੀ, ਸਾਡੇ ਅੰਦਰੋਂ ਵੈਰ ਵਿਰੋਧ ਨਹੀਂ ਜਾਂਦਾ ਹੈਗਾ। ਵੈਰ ਵਿਰੋਧ ਤਾਂ ਕਾਲ ਹੈ, ਉਹ ਤੋਂ ਤਾਂ ਬਚਣਾ ਸੀ ਆਪਾਂ। ਜਦੋਂ ਵੈਰ ਵਿਰੋਧ ਹੀ ਨਹੀਂ ਮੁੱਕਿਆ, ਆਪਾਂ ਸਰਨ ਕਿਵੇਂ ਜਾਵਾਂਗੇ? ਉਹੀ ਸਤਿਗੁਰਾਂ ਨੇ ਸਮਝਾਇਆ, ਸਦਾ ਬਖਸ਼ੰਦ ਸਦਾ ਮਿਹਰਬਾਨਾ, ਸਭਨਾਂ ਦੇ ਆਧਾਰੀ। ਕੋਈ ਵੀ ਉਹਦੇ ਚਰਨਾਂ 'ਚ ਪਹੁੰਚ ਸਕਦਾ ਵਾ। ਇਹੀ ਤੱਕ ਵੱਖਰੀ ਭਗਤੀ ਹੈ। ਭਗਤਾਂ ਤਾਂ ਸੰਸਾਰੀਆਂ ਜੋੜ ਕਦੇ ਨਾ ਆਈਆਂ। ਜਿਹੜੇ ਭਗਤ ਮਾਰਗ 'ਤੇ ਚੱਲਦੇ ਨੇ, ਪਰ ਉਹ ਭਗਤ ਮਾਰਗ 'ਤੇ ਉਦੋਂ ਹੀ ਚੱਲਣਗੇ ਜਦੋਂ ਸੰਸਾਰ 'ਚ ਉਹਨਾਂ ਦਾ ਕੰਮ ਮੁੱਕੂਗਾ। ਸੰਸਾਰ 'ਚੋਂ ਤਾਂ ਹਲੇ ਆਪਣਾ ਨਿਬੜਿਆ ਹੀ ਨਹੀਂ ਹੈਗਾ। ਮ੍ਰਿਤ ਲੋਕ 'ਚ ਬੈਠੇ ਆਪਾਂ, ਇੱਥੇ ਹੀ ਸੱਚਖੰਡ ਭਾਲਦੇ ਹਾਂ। ਮਰਨ ਲਿਖਾਏ ਮੰਡਲ ਮੇ ਆਏ ਜੀਵਨ ਸਾਜੇ ਮਾਈ। ਮ੍ਰਿਤ ਲੋਕ ਹੈ ਭਾਈ, ਛੱਡਣਾ ਪੈਣਾ ਆਪਾਂ ਨੂੰ। ਉਹੀ ਸਤਿਗੁਰੂ ਸਮਝਾਉਂਦੇ ਨੇ, ਨਾਨਕ ਦਾਸ ਸੰਤ ਪਾਛੇ ਪਰਿਓ, ਰਾਖ ਲਿਓ ਹੋਏ ਵਾਰੀ। ਇਹ ਮੌਕਾ ਹੈ ਭਾਈ, ਜੇ ਹੁਣ ਇੱਥੋਂ ਚੁੱਕ ਗਏ। ਇਹ ਸੰਤ ਕਾ ਮਾਰਗ ਹੈ। ਅਤਰੀਬ ਦੁਨੀਆ ਨੂੰ ਆਪਾਂ ਜਾਣਾ ਵਾ, ਨਿਰਾਕਾਰ ਤੋਂ ਭਾਵ ਆਕਾਰ ਤੋਂ ਰਹਿਤ। ਉਹੀ ਤਾਂ ਸੰਤ ਲੋਕ ਹੈ। ਸੰਤ ਮੰਡਲ ਮੇ ਜਨਮ ਮਰਨ ਰਹੇ। ਉੱਥੇ ਜੰਮਣ ਮਰਨ ਨਹੀਂ ਹੁੰਦਾ ਭਾਈ। ਇਹ ਸੰਤ ਲੋਕ ਨਹੀਂ ਹੈਗਾ, ਇਹ ਮ੍ਰਿਤ ਲੋਕ ਹੈ। ਉੱਥੇ ਆਤਮਾ ਨੇ ਜਾਣਾ, ਮਨ ਬੁੱਧੀ ਨੇ ਜਾਣਾ। ਸਤਿਗੁਰ ਆਇਓ ਸ਼ਰਨ ਤੁਹਾਰੀ। ਕੋਈ ਸਤਿਗੁਰ ਸਮਝਾਉਂਦੇ ਨੇ, ਮਿਲੇ ਸੂਖ ਨਾਮ ਹਰ ਸੋਭਾ। ਇਹ ਉੱਥੇ ਜਾ ਕੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਆ। ਆਤਮਾ ਸੰਸਾਰ ਤੋਂ ਜਿਹੜੇ ਮਾਇਆ ਦੇ ਬੰਧਨ ਪਏ ਨੇ, ਉਹ ਕੱਟੇ ਜਾਂਦੇ ਨੇ। ਫਿਰ ਬਾਅਦ ਤੋਂ ਉਹਦੀ ਸ਼ਰਨ ਜਾਂਦੀ ਹੈ, ਫਿਰ ਇਹਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਉਹੀ ਸਤਿਗੁਰ ਸਮਝਾਉਂਦੇ ਨੇ, ਸ਼ਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਨਾਨਕ ਕੇ ਪ੍ਰਭ ਸਾਥ ਸਾਰਿਆਂ ਦਾ ਹੀ ਪ੍ਰਭ ਇੱਕ ਹੈ। ਇਕਸ ਪਿਤਾ ਇਕਸ ਕੇ ਹਮ ਬਾਰਕ। ਸਾਰਿਆਂ ਦੀ ਪਾਲਣਾ ਉਹ ਕਰਦਾ ਵਾ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ। ਸਰਵ ਵਿਆਪੀ ਸ਼ਕਤੀ ਹੈ, ਸਾਰਿਆਂ ਦੀ ਪਾਲਣਾ ਕਰਦਾ ਵਾ। ਉਹਦੀ ਸ਼ਰਨ ਜਾਣਾ ਆਪਾਂ। ਘਟ ਘਟ ਨਾਥ ਤੋਂ ਭਾਵ ਹੈ ਹਰ ਇੱਕ ਹਿਰਦੇ ਦੇ ਵਿੱਚ, ਮਨ ਦੇ ਅੰਦਰ। ਮਨ ਮਹਿ ਆਪ, ਮਨ ਦੇ ਨਾਲ ਹੀ ਹੈ, ਦੂਰ ਕਿੱਥੇ ਹੈ? ਉਹੀ ਤਾਂ ਹਰ ਦਰਸ਼ਨ ਹੈ ਆਪਾਂ ਕਰਨਾ ਵਾ। ਉਹੀ ਤਾਂ ਘਟ ਘਟ ਮੇ ਹਰ ਜੂ ਬਸੇ, ਸੰਤਨ ਕਹਿਓ ਪੁਕਾਰ। ਬਾਣੀ ਨੇ ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਸਮਝਾਇਆ ਬਈ ਬਾਹਰ ਕਿੱਥੇ ਭਾਈ ਭਾਲਦਾ ਫਿਰਦਾ। ਬਾਹਰ ਅਸੀਂ ਤਾਂ ਭਾਲਦੇ ਰਹਿੰਦੇ ਹਾਂ। ਅਸੀਂ ਬਾਹਰ ਮੁਖੀਆਂ ਸੰਸਾਰੀ ਜੀਵ ਹੈ। ਜਿੰਨੇ ਅਸੀਂ ਧਰਮ ਕਰਮ ਕਰਦੇ ਹਾਂ, ਸਰੀਰ ਕਰਕੇ ਉਹ 'ਚੋਂ ਭਰਮ ਪੈਦਾ ਹੋ ਜਾਂਦਾ। ਧਰਮ ਕਰਮ ਪਖੰਡ ਜੋ ਦੀਸੇ, ਜਮ ਜਗਾਤੀ ਲੋਟੇ। ਸਾਰਾ ਕੁਛ ਇੱਥੇ ਰਖਾ ਲੈਂਦਾ ਸਰੀਰ ਨਾਲ ਹੀ। ਸਾਰਾ ਖੇਲ ਸਮਾਪਤ ਹੋ ਜਾਂਦਾ ਹੈ। ਜਿਹੜਾ ਕੰਮ ਅਸੀਂ ਕਰਨ ਆਏ ਉਹ ਰਹਿ ਜਾਂਦੇ ਹਾਂ। ਆਓ ਭਾਈ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਸਾਡਾ ਜਿਹੜਾ ਸੰਸਾਰ ਦਾ ਜਿਹੜਾ ਹੈਗਾ ਕੰਮ ਹੈ, ਸੰਸਾਰ ਦੀਆਂ ਚਿੰਤਾ ਨੇ, ਸੰਸਾਰ ਦੇ ਮਾਇਆ ਦੇ ਬੰਧਨ ਨੇ, ਉਹ ਤੋਂ ਮੁਕਤ ਹੋਈਏ, ਫਿਰ ਆਪਾਂ ਸ਼ਰਨ ਜਾਵਾਂਗੇ। ਮਨ ਰੇ ਹਉਮੈ ਮੋਹ ਦੁਖ ਭਾਰੀ, ਇਹ ਭਉਜਰ ਜਗਤ ਨ ਜਾਈ ਤਰਣਾ, ਗੁਰਮੁਖ ਤਰ ਹਰ ਤਾਰੀ। ਇਹ ਹਰ ਕਥਾ ਹੈ ਬਾਣੀ ਭਾਈ। ਇਹ ਮੋਹ ਦਾ ਜਾਲ ਆਪਾਂ ਨਹੀਂ ਕੱਟ ਸਕਦੇ। ਗੁਰ ਕੀ ਮਤ ਨਾ ਆਪਾਂ ਕੱਟਣਾ ਵਾ। ਉਹੀ ਸਤਿਗੁਰਾਂ ਨੇ ਸਮਝਾਇਆ, ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਨਾਥ। ਸੱਚ ਦੀ ਪ੍ਰਾਪਤੀ ਕਰਨੀ ਆਪਾਂ। ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ। ਦੀਨ ਸੱਚ ਅਸੀਂ ਗਵਾ ਲਿਆ, ਪਰ ਹੁਣ ਆਪਾਂ ਪ੍ਰਾਪਤੀ ਕਰਨੀ ਹੈ, ਆਪਦੇ ਮੂਲ ਨਾਲ ਜੁੜਨਾ ਹੈ। ਫਿਰ ਸਾਡੇ ਦੁੱਖਾਂ ਦਾ ਛੁਟਕਾਰਾ ਹੋਣਾ। ਆਪਾਂ ਵੀ ਸ਼ਰਨ ਜਾਣਾ, ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਇੱਥੇ ਇਸ ਲੋਕ ਤੋਂ ਬਾਅਦ ਆਪਾਂ ਅਸ਼ਟਪਦੀ ਸ਼ੁਰੂ ਹੁੰਦੀ ਆ। 8 ਪਦੇ ਨੇ ਭਾਈ। ਇਹ ਹਰ ਇੱਕ ਪਦੇ ਦੇ ਵਿੱਚ ਪ੍ਰਵਰਤਨ ਦੱਸਿਆ ਸਤਿਗੁਰਾਂ ਨੇ। ਜਿਹੜੇ ਗੁਰਸਿੱਖ ਜਗਿਆਸੂ ਉਪਾਸਕ ਇਹ ਬਾਣੀ ਦੇ ਰਾਹ 'ਤੇ ਚੱਲਦੇ ਨੇ, ਬਾਣੀ ਨੂੰ ਸੱਤ ਕਰਕੇ ਮੰਨਦੇ ਨੇ, ਉਹਨਾਂ 'ਚ ਪਰਿਵਰਤਨ ਆਉਣਾ ਸ਼ੁਰੂ ਹੋ ਜਾਂਦਾ ਹੈ। ਗੁਰੂ ਘਰ ਜਾ ਕੇ ਵੀ
ਜਿੱਥੇ ਕੀਰਤਨ ਦਰਬਾਰ ਲੱਗਦੇ ਆ ਜਾਂ ਕੋਈ ਧਾਰਮਿਕ ਸਮਾਗਮ ਹੁੰਦਾ, ਉੱਥੇ ਵੀ ਅਸੀਂ ਗੁਰਸ਼ਬਦ ਕੰਨੀ ਧਿਆਨ ਰੱਖਣਾ, ਫੇਰ ਹੀ ਸਾਡਾ ਗੁਰੂ ਘਰ ਜਾਇਆ ਸਫਲ ਹੋਣਾ ਵਾ। ਕਿਤੇ ਵੀ ਜਾਈਏ ਅਸੀਂ ਧਾਰਮਿਕ ਸਥਾਨ 'ਤੇ, ਸਾਡੇ ਜੋ ਧਾਰਮਿਕ ਸਥਾਨ ਬਣੇ ਨੇ ਉਹ ਪਹਿਲਾ ਪੜਾਅ ਵਾ। ਉੱਥੇ ਜਾ ਕੇ ਅਸੀਂ ਗੁਰੂ ਕੰਨੀ ਧਿਆਨ ਰੱਖਣਾ ਵਾ, ਸਾਨੂੰ ਸਤਿਗੁਰਾਂ ਦਾ ਅੱਜ ਕੀ ਹੁਕਮ ਹੋਇਆ ਵਾ। ਗੱਗਾ ਗੁਰ ਕੇ ਬਚਨ ਫਸਾਨਾ, ਦੂਜੀ ਬਾਤ ਨਾ ਧਰਨੀ ਕਰਨਾ। ਫਿਰ ਕਿਤੇ ਸੰਸਾਰ ਚੋਂ ਕੰਮ ਮੁੱਕਦਾ ਹੈ ਭਾਈ, ਫਿਰ ਇਹ ਜੀਵ ਆਤਮਾ ਉਹਦੀ ਸ਼ਰਨ ਚਲੀ ਜਾਂਦੀ ਹੈ, ਉਹੀ ਦੇਵ ਲੋਕ ਆ। ਉਸ ਤੋਂ ਬਾਅਦ ਇਹਦੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਦੇਵ ਲੋਕ ਜਾਣ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਦੋ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ, ਉਹਨੂੰ ਆਪਾਂ ਵਿਚਾਰੀਏ। ਪਹਿਲਾਂ ਆਪਾਂ ਨੂੰ ਪਦਾਰਥ ਗਿਆਨ, ਇਹ ਗੁਰਸ਼ਬਦ 'ਚੋਂ ਆਪਾਂ ਨੂੰ ਗਿਆਨ ਮਿਲਦਾ ਹੈ, ਜਿਹਦੇ ਨਾਲ ਮਨ ਟਿਕ ਜਾਂਦਾ ਹੈ। ਜਦੋਂ ਮਨ ਟਿਕ ਜਾਂਦਾ ਹੈ, ਦੂਆ ਪਦਾਰਥਾਂ ਨੂੰ ਭਾਈ ਬਾਣੀ ਵਿੱਚ ਮੁਕਤੀ ਕਿਹਾ ਵਾ। ਮਨ ਸੰਤੋਖ 'ਚ ਆ ਜਾਂਦਾ, ਫਿਰ ਇਹ ਆਪਣੇ ਘਰ ਚਲੇ ਜਾਂਦੇ ਨੇ, ਸੰਸਾਰ 'ਚੋਂ ਇਹਨਾਂ ਦਾ ਕੰਮ ਮੁੱਕ ਜਾਂਦਾ ਹੈ। 24ਵੀਂ ਅਸ਼ਟਪਦੀ ਦੇ ਵਿੱਚ ਵੀ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਪ੍ਰਗਟੇ ਗੋਪਾਲ ਮੁਹਾਤ ਕੇ ਮਾਥੇ, ਨਾਨਕ ਉਦਰੇ ਤਿਨਕੇ ਸਾਥੇ। ਅੰਦਰ ਜੋਤ ਪ੍ਰਗਟ ਹੋ ਜਾਂਦੀ ਹੈ ਆਪਣੇ ਉਹ ਗੋਪਾਲ ਦੀ, ਜਦੋਂ ਆਪਣਾ ਸੰਸਾਰੀ ਸਫ਼ਰ ਖਤਮ ਹੋ ਜਾਂਦਾ ਹੈ, ਫਿਰ ਉਸ ਤੋਂ ਬਾਅਦ ਉਹਦੀ ਜੋਤ ਪ੍ਰਗਟ ਹੁੰਦੀ ਹੈ। ਆਪਾਂ ਰੋਜ਼ ਰਹਿ ਰਾਸ ਵੀ ਪੜ੍ਹਦੇ ਹਾਂ, ਗੁਰਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਲੈਂਦੇ ਰਹਿਣਾ, ਸਮਝਦੇ ਰਹਿਣਾ, ਵਿਚਾਰਦੇ ਰਹਿਣਾ, ਫਿਰ ਇਹ ਜੋਤ ਪ੍ਰਗਟ ਹੁੰਦੀ ਹੈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਹੁਣ ਇੱਥੋਂ ਅਸ਼ਟਪਦੀ ਸ਼ੁਰੂ ਹੁੰਦੀ ਹੈ। ਯਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਊਹਾਂ ਤੋਂ ਭਾਵ ਦੇਵਲੋਕ, ਜਿੱਥੇ ਆਪਾਂ ਜਾਣਾ, ਪਿੱਛੇ ਆਪਾਂ ਵਿਚਾਰ ਕੀਤੀ ਹੈ, ਉਹਦੀ ਸ਼ਰਨ ਜਾਣਾ, ਸੰਸਾਰੀ ਕੰਮ ਮੁਕਾ ਕੇ ਉੱਥੇ ਨਾਮ ਸਹਾਈ ਹੁੰਦਾ ਹੈ। ਉੱਥੇ ਜਿਹੜੇ ਆਪਣੇ ਰਿਸ਼ਤੇ ਨੇ ਸੰਸਾਰੀ, ਪਿਤਾ ਸੁਤ ਮੀਤ ਨਾ ਭਾਈ, ਧੀ ਪੁੱਤ, ਇੱਥੇ ਤਾਂ ਸਹਾਈ ਹੈ। ਇਹ ਨਹੀਂ ਆਪਾਂ ਕਹਿ ਸਕਦੇ ਸਹਾਈ ਹੁੰਦੇ। ਕੁਦਰਤ ਨੇ ਜਦੋਂ ਬਣਾਇਆ, ਜੇ ਕੋਈ ਚੀਜ਼ ਉਹਨੇ ਬਣਾਈ ਹੈ ਸੰਸਾਰ ਦੇ ਵਿੱਚ, ਵਿਧੀ ਬਣਾਈ ਹੈ, ਉਹ ਸਰੀਰ ਕਰਕੇ ਤਾਂ ਸਾਨੂੰ ਸਹਾਈ ਹੁੰਦੀ ਹੈ, ਪਰ ਉਹ ਵੀ ਉਹਦੀ ਕਿਰਪਾ ਹੀ ਹੁੰਦੀ ਹੈ। ਉਹੀ ਸਤਿਗੁਰ ਸਮਝਾ ਰਹੇ ਨੇ, ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਉੱਥੇ ਆਪਣੇ ਨਾਲ ਕੀ ਜਾਣਾ ਹੈ? ਨਾਮ, ਹਰ ਦਾ ਗਿਆਨ। ਪਹਿਲਾਂ ਆਪਾਂ ਹਰ ਦਾ ਗਿਆਨ ਲੈਣਾ, ਫਿਰ ਉੱਥੇ ਆਪਾਂ ਨੂੰ ਨਾਮ ਨਾਲ ਐਂਟਰੀ ਹੈ। ਹਰ ਕਥਾ ਹੈ ਬਾਣੀ ਸਭ ਤੇ ਉੱਤਮ, ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ। ਜਿਹੜੇ ਨਾਮ ਦੀ ਇੱਛਾ ਰੱਖਦੇ ਨੇ, ਇਹਨਾਂ ਅੰਦਰ ਨਾਮ ਦੀ ਭੁੱਖ ਹੁੰਦੀ ਹੈ, ਇਹਨਾਂ ਨੂੰ ਪ੍ਰਾਪਤੀ ਹੁੰਦੀ ਹੈ। ਇਹ ਹਰ ਕਥਾ ਇਹਨੂੰ ਵਿਚਾਰਦੇ ਰਹਿਣਾ ਆਪਾਂ, ਜਿਹੜੀ ਵਿਚਾਰਦੇ ਸੁਣਦੇ ਰਹਿੰਦੇ, ਇਹ 'ਚੋਂ ਗਿਆਨ ਪੈਦਾ ਹੁੰਦਾ ਰਹਿੰਦਾ ਹੈ। ਪ੍ਰਕਾਸ਼ ਇੰਨਾ ਚਾਨਣ ਹੋ ਜਾਂਦਾ ਹੈ, ਉਹ ਆਤਮਾ ਅਮਰ ਹੋ ਜਾਂਦੀ ਹੈ, ਉਹਨਾਂ ਦਾ ਜੰਮਣ ਮਰਨ ਕੱਟਿਆ ਜਾਂਦਾ ਹੈ। ਕਿਉਂਕਿ ਆਪਾਂ ਗੁਰੂ ਦਾ ਦਰਸ਼ਨ ਕਰਨਾ ਹੈ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਉੱਥੇ ਗੁਰੂ ਦਾ ਦਰਸ਼ਨ ਹੋਣਾ ਆਪਾਂ ਨੂੰ ਜਾ ਕੇ। ਸਤਿਗੁਰ ਆਇਓ ਸ਼ਰਨ ਤੁਹਾਰੀ, ਸ਼ਰਨ ਜਾਣਾ ਤੇ ਇੱਧਰ ਕੰਮ ਮੁਕਾ ਕੇ ਫੇਰ ਹੀ ਜਾਵਾਂਗੇ। ਜਿਵੇਂ ਆਪਾਂ ਸੰਸਾਰੀ ਵੀ ਕੰਮਕਾਰ ਕਰਦੇ ਹਾਂ, ਕਿਸੇ ਆਪਾਂ ਫੰਕਸ਼ਨ 'ਤੇ ਜਾਣਾ ਹੁੰਦਾ ਜਾਂ ਕੋਈ ਵੱਡੇ ਕੰਮ 'ਤੇ ਜਾਣਾ ਹੁੰਦਾ, ਪਹਿਲਾਂ ਜਿਹੜੇ ਪਿਛਲੇ ਕੰਮ ਮੁਕਾ ਕੇ ਫੇਰ ਹੀ ਗਾਹਾਂ ਜਾਂਦੇ ਹਾਂ ਆਪਾਂ। ਇੱਥੇ ਆਪਾਂ ਜਿਹੜਾ ਸੰਸਾਰੀ ਯਾਤਰਾ ਹੈ ਖਤਮ ਕਰਨੀ ਹੈ ਆਪਦੀ, ਤੋਂ ਬਾਅਦ ਫਿਰ ਆਪਾਂ ਉੱਥੇ ਪਹੁੰਚਦੇ ਹਾਂ, ਉਹੀ ਸ਼ਰਨ ਜਾਣਾ ਵਾ। ਪਰ ਆਪਦੀ ਮਤ ਨਾਲ ਤਾਂ ਆਪਾਂ ਜਾ ਨਹੀਂ ਸਕਦੇ। ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ ਆਪਾਂ, ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਲਗਾਵੇ। ਗੁਰ ਸ਼ਬਦ ਦਾ ਗਿਆਨ ਸਾਨੂੰ ਇਹ ਮਾਇਆ ਪਾਰ ਕਰਾ ਦਿੰਦਾ ਵਾ। ਫਿਰ ਇਹ ਜੀਵ ਆਤਮਾ ਮਨ ਬੁੱਧੀ ਉਹਦੀ ਸ਼ਰਨ ਚਲੇ ਜਾਂਦੇ ਹੈ। ਆਤਮਾ ਪ੍ਰਾਤਮਾ ਦਾ ਦਰਸ਼ਨ ਕਰ ਲੈਂਦੀ ਹੈ। ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਉਸ ਤੋਂ ਬਾਅਦ ਫਿਰ ਸਾਨੂੰ ਹੁਕਮ ਦਾ ਭਾਵ ਨਾਮ ਦਾ ਦਰਸ਼ਨ ਹੁੰਦਾ ਹੈ। ਜਦੋਂ ਨਾਮ ਦਾ ਦਰਸ਼ਨ ਹੁੰਦਾ ਹੈ, ਸਾਡੇ ਅੰਦਰ ਉਹ ਬਾਣੀ ਧੁਰ ਕੀ ਪ੍ਰਗਟ ਹੁੰਦੀ ਹੈ। ਉਹਦੇ ਵਿੱਚ ਜਿਹੜਾ ਸਮਾਉਣਾ, ਉਹਨੂੰ ਜਨਮ ਕਿਹਾ। ਇਹ ਚਾਰ ਪਦਾਰਥ ਆਪਾਂ ਪ੍ਰਾਪਤ ਕਰਨੇ ਨੇ, ਪਰ ਆਪਦੀ ਮਤ ਨਾਲ ਨਹੀਂ ਇਹ ਪ੍ਰਾਪਤ ਹੋਣੇ। ਅੱਗੇ ਸਤਿਗੁਰਾਂ ਦੇ ਵਚਨ ਆ ਜਾਣੇ ਨੇ, ਆਪਾਂ ਨੂੰ ਗੁਰ ਕੀ ਮਤ ਤੂੰ ਲਿਹੋ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਦੇਖ ਹੀ ਰਹੇ ਹਾਂ ਭਾਈ, ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੁੰਦਾ ਹੀ ਹੈ। ਆਪਾਂ ਜਿੰਨੇ ਵੀ ਧਰਮ ਕਰਮ ਕਰਦੇ ਹਾਂ, ਸਾਰੇ ਭੇਖ ਕਰਕੇ, ਸਰੀਰ ਕਰਕੇ, ਉਹ 'ਚੋਂ ਹੰਕਾਰ ਪੈਦਾ ਹੋ ਜਾਂਦਾ। ਇਹ ਮੱਤ ਲੈਣੀ ਹੈ ਆਪਾਂ, ਆਪਣੀ ਮੱਤ ਦਾ ਤਿਆਗ ਕਰਨਾ। ਸੰਸਾਰ ਦੀ ਸਮਾਪਤੀ ਹੈ। ਗੁਰ ਕੀ ਮੱਤ ਜਦੋਂ ਸਾਨੂੰ ਮਿਲਣੀ ਸ਼ੁਰੂ ਹੁੰਦੀ ਹੈ, ਗਿਆਨ ਹੋਣ ਲੱਗਦਾ, ਸਮਝ ਲਓ ਸਾਡੇ 'ਤੇ ਕਿਰਪਾ ਰਹਿਮਤ ਦਾਤੇ ਦੀ ਹੋ ਚੁੱਕੀ ਹੈ। ਅਸੀਂ ਆਪਦੇ ਘਰ ਪਹੁੰਚਾਂਗੇ, ਕੋਈ ਨਹੀਂ ਰੋਕ ਸਕਦਾ। ਮੰਨੇ ਮਾਰਗ ਠਾਕ ਨਾ ਪਾਏ, ਕੋਈ ਰੁਕਾਵਟ ਨਹੀਂ ਆਉਂਦੀ। ਜੀਵ ਆਤਮਾ ਆਪਦੇ ਘਰ ਪਹੁੰਚ ਜਾਂਦੀ ਹੈ। ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਉਹੀ ਦਰ ਹੈ ਉਹਦਾ, ਉਹੀ ਦੇਵ ਲੋਕ ਹੈ। ਉਸ ਤੋਂ ਬਾਅਦ ਫਿਰ ਸੱਚਖੰਡ 'ਚ ਪ੍ਰਵੇਸ਼ ਕਰਦੀ ਹੈ। ਉਹ ਗਾਹਾਂ ਦਾ ਵਿਸ਼ਾ ਵਾ ਕਿ ਸਤਿਗੁਰ ਸਮਝਾਉਂਦੇ ਨੇ, ਜੈ ਮਹਾ ਭਿਆਨ ਦੂਤ ਜਮ ਦਲੈ, ਤਾਂ ਕੇਵਲ ਨਾਮ ਸੰਗ ਤੇਰੇ ਚੱਲੇ। ਦੂਤ ਤੋਂ ਭਾਵ ਵਿਕਾਰ,
ਕਾਮ ਕ੍ਰੋਧ ਲੋਭ ਮੋਹ ਬਿਨ ਸਜਾਇਆ ਹੈ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਉਹ ਗੁਰਦੇਵ ਦੀ ਸ਼ਰਨ ਚਲੇ ਜਾਣਾ ਆਪਾਂ, ਜਿਹੜੀ ਵਿਕਾਰਾਂ ਤੋਂ ਆਪਾਂ ਰਹਿਤ ਹੋ ਜਾਣਾ, ਤੋਂ ਮੁਕਤ ਹੋ ਜਾਣਾ। ਫਿਰ ਆਪਾਂ ਨੂੰ ਤੰਗੀ ਨਹੀਂ ਕਰ ਸਕਦੇ, ਕਿਉਂਕਿ ਆਤਮਾ ਮਨ ਬੁੱਧੀ ਇੰਨੇ ਦੂਰ ਚਲੇ ਜਾਂਦੇ ਨੇ ਵਿਕਾਰਾਂ ਤੋਂ, ਸੋਚ ਕਰਕੇ। ਸਰੀਰ ਕਰਕੇ ਨਹੀਂ, ਸਰੀਰ ਕਰਕੇ ਤਾਂ ਸਾਰੇ ਗੁਰੂ ਭਗਤ ਸਾਹਿਬਾਨ ਇੱਥੇ ਸੀ, ਧਿਆਨ ਕਰਕੇ ਉਹ ਆਪਦੇ ਘਰੇ ਸੀ। ਇਹੀ ਤਾਂ ਭਰਮ ਹੈ ਵੱਡਾ, ਸਾਨੂੰ ਸਮਝ ਨਹੀਂ ਆਉਂਦੀ ਹੈਗੀ। ਇਹੀ ਤਾਂ ਸਾਡੇ ਅੰਦਰ ਹਨੇਰਾ ਪਹਿਲਾਂ ਇਹੀ ਤਾਂ ਦੂਰ ਹੁੰਦਾ ਵਾ। ਭਰਮ ਕੇ ਪਰਦੇ ਸਤਿਗੁਰ ਖੋਲੇ, ਸੱਚ ਦਾ ਗਿਆਨ ਜਿਵੇਂ ਵਧੀ ਜਾਂਦਾ, ਪੜਦੇ ਖੁੱਲਦੇ ਚਲੇ ਜਾਂਦੇ ਆ, ਜੀਵ ਆਤਮਾ ਆਪਦੇ ਘਰ ਪਹੁੰਚ ਜਾਂਦੀ ਹੈ। ਜੇ ਮਹਾ ਭਿਆਨ ਦੂਤ ਜਮ ਦਲੈ, ਤਾਂ ਕੇਵਲ ਨਾਮ ਸੰਗ ਤੇਰੇ ਚੱਲੇ। ਇਹ ਨਾਮ ਨਹੀਂ ਆਪਣੇ ਨਾਲ ਜਾਣਾ ਹੈ ਭਾਈ, ਜਿੰਨਾ ਕੁ ਆਪਾਂ ਇਕੱਠਾ ਕਰ ਲਾਂਗੇ, ਇਹ ਆਤਮਾ ਦਾ ਜਿਹੜਾ ਹੈਗਾ ਵਾ ਤੋਸਾ ਵਾ, ਖਜ਼ਾਨਾ ਵਾ। ਹਰ ਕਾ ਨਾਮ ਹੁਆ ਸੰਗ ਤੋਸਾ, ਅੱਗੇ ਆਪਾਂ ਨੂੰ ਆ ਜਾਣਾ ਵਾ। ਜਿਹੜੇ ਸਰੀਰ ਕਰਕੇ ਸੰਪਰਸਨ ਦਿੱਤੀ ਹੈ ਕੁਦਰਤ ਨੇ, ਕਿਸੇ ਨੂੰ ਘੱਟ ਕਿਸੇ ਨੂੰ ਵੱਧ, ਉਹ ਇੱਥੇ ਹੀ ਰਹਿ ਜਾਂਦੀ ਹੈ ਸਾਰੀ। ਜੋ ਸੰਪਤ ਆਪਣੀ ਕਰਮਾਨੀ ਛਿਨਵੇਂ ਪਈ ਪਰਾਈ, ਉਹਨੂੰ ਪਰਾਈ ਹੋਣ ਨੂੰ ਦੇਰ ਨਹੀਂ ਲੱਗਦੀ, ਭਾਵੇਂ ਸਾਰੀ ਉਮਰ ਅਸੀਂ ਲੱਗੇ ਰਹੀਏ, ਜਦੋਂ ਛੱਡਣੀ ਹੈ ਛਿਨ ਨਹੀਂ ਲੱਗਦਾ ਉਹਨੂੰ। ਖਿਨਵੇਂ ਕੌੜੇ ਹੋਏ ਜਿਤਨੇ ਮਾਇਆ ਭੋਗ, ਜਿਹਨੇ ਸੰਸਾਰੀ ਰਿਸ਼ਤੇ ਵੀ ਨੇ ਸਾਡੇ, ਉਹ ਵੀ ਸਭ ਕੌੜੇ ਹੋ ਜਾਂਦੇ ਜਾਣ ਵੇਲੇ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਉਹ ਵੀ ਝੂਠੀ ਹੋ ਜਾਂਦੀ ਹੈ। ਅੱਗੇ ਸਤਿਗੁਰ ਸਮਝਾਉਂਦੇ ਨੇ, ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ। ਸਤਿਗੁਰ ਸਮਝਾਉਂਦੇ ਨੇ ਕੋਈ ਸਾਨੂੰ ਸੰਸਾਰੀ ਵੀ ਮੁਸ਼ਕਿਲ ਬਣਦੀ ਹੈ, ਕੋਈ ਵਿਘਨ ਲੱਗਦੀ ਹੈ, ਕੋਈ ਰੁਕਾਵਟ ਆਉਂਦੀ ਹੈ, ਉਹਦੀ ਕਿਰਪਾ ਰਹਿਮਤ ਹੁੰਦੀ ਹੈ, ਗਿਆਨ ਦੇ ਕੇ ਬਚਾ ਦਿੰਦਾ ਹੈ। ਉਹ ਵੱਡੀ ਮੁਸ਼ਕਿਲ ਵੀ ਆਉਂਦੀ ਹੈ, ਬਚਾ ਦਿੰਦਾ ਹੈ। ਉਹੀ ਜਪਜੀ ਸਾਹਿਬ ਸਮਝਾਇਆ ਆਪਾਂ ਨੂੰ ਸਤਿਗੁਰਾਂ ਨੇ, ਮੰਨੇ ਮੂੰਹ ਚੋਟਾ ਨਾ ਖਾਏ, ਮੰਨੇ ਜਮ ਕੇ ਸਾਥ ਨਾ। ਜਿਹੜੇ ਮੰਨ ਲੈਂਦੇ ਨੇ, ਬਾਣੀ ਨੂੰ ਸੁਣਦੇ ਵਿਚਾਰਦੇ ਨੇ, ਜਿਹੜੇ ਸੰਸਾਰੀ ਕੰਮ ਮੁਕਾ ਲੈਂਦੇ ਨੇ ਆਪਦਾ, ਉਹ ਸਮਝ ਲੈਂਦੇ ਨੇ ਖੇਲ ਨੂੰ, ਉਹ ਜਾਣਦੇ ਨੇ ਸਾਰਾ ਕੁਛ। ਉਹੀ ਤਾਂ ਗੁਰਸਿੱਖ ਨੇ ਭਾਈ, ਉਹੀ ਜਗਿਆਸੂ ਨੇ, ਉਹੀ ਉਪਾਸਕ ਨੇ, ਉਹੀ ਉਹਦੇ ਭਗਤ ਨੇ। ਉਹ ਸਮਝ ਲੈਂਦੇ ਨੇ ਵੀ ਸਾਰਾ ਕੁਛ ਹੁਕਮ 'ਚ ਹੋ ਰਿਹਾ। ਉਹਨਾਂ ਨੂੰ ਚੋਟ ਘੱਟ ਪੈਂਦੀ ਹੈ, ਨਹੀਂ ਤਾਂ ਆਪਾਂ ਨੂੰ ਇੱਕਦਮ ਚੋਟ ਪੈਂਦੀ ਹੈ। ਸੰਸਾਰ ਸਾਡੇ ਨਾਲ ਕੁਛ ਵੀ ਹੋ ਸਕਦਾ ਵਾ, ਉਹ ਤੋਂ ਆਪਾਂ ਫਿਰ ਜਿਹੜੇ ਵਿਆਕਲ ਹੋ ਜਾਂਦੇ, ਪਰੇਸ਼ਾਨ ਹੋ ਜਾਂਦੇ। ਉਹੀ ਤਾਂ ਦੀਨ ਦਾ ਦੁੱਖ ਭੱਜਣਾ, ਦੀਨ ਸੱਚ ਨੇ ਆਪਣੀ ਜਿਹੜੀ ਹੈਗੀ ਦੁੱਖਾਂ ਦਾ ਛੁਟਕਾਰਾ ਕਰਨਾ, ਉਹਦੀ ਤਾਂ ਸਰਨ ਜਾਣਾ ਆਪਾਂ। ਹਰ ਕੋ ਨਾਮ ਖਿਨ ਮੇ ਉਦਾਰੀ, ਸਤਿਗੁਰੂ ਸਮਝਾਉਂਦੇ ਆ ਭਾਈ, ਖਿਨ ਦੇ ਵਿੱਚੋਂ ਬਚਾ ਲੈਂਦਾ। ਆਪਾਂ ਚੌਪਈ ਸਾਹਿਬ ਵੀ ਪੜ੍ਹਦੇ ਹਾਂ, ਰੋਜ਼ ਉਹਦੀ ਅਰਦਾਸ ਕਰਦੇ ਹਾਂ, ਤਾਂ ਕਿ ਤਾਪ ਤਨਕ ਮੇ ਹਰਿਓ, ਕਿਰਪਾ ਰਹਿਮਤ ਹੋ ਜਾਂਦੀ ਹੈ ਉਹਤੇ, ਜਿਹੜੇ ਉਹਦੇ ਨਾਲ ਜੁੜੇ ਰਹਿੰਦੇ ਨੇ। ਨਾਨਕ ਉਹ ਪਰਮੇਸ਼ਰ ਕੇ ਪਿਆਰੇ, ਪਹਿਲਾਂ ਸੰਸਾਰ ਨਾਲ ਅਸੀਂ ਪ੍ਰੇਮ ਕਰਦੇ ਹਾਂ, ਉਸ ਤੋਂ ਬਾਅਦ ਸਾਡਾ ਉਹਦੇ ਨਾਲ ਪ੍ਰੇਮ ਪੈਂਦਾ ਵਾ, ਫਿਰ ਉਹਦੇ ਪਿਆਰੇ ਹੋ ਜਾਂਦੇ, ਉਹ 'ਤੇ ਕਿਰਪਾ ਰਹਿਮਤ ਹੁੰਦੀ ਹੈ। ਉਹੀ ਸਤਿਗੁਰ ਸਮਝਾਉਂਦੇ ਨੇ, ਹਰ ਕੋ ਨਾਮ ਖਿਨ ਮਾਹੇ ਉਦਾਰੀ, ਆਪੇ ਬਚਾਊਗਾ। ਅੱਗੇ ਸਤਿਗੁਰ ਸਮਝਾਉਂਦੇ ਨੇ, ਅਨਕ ਪੁੰਨ ਚਰਨ ਕਰਤ ਨਹੀਂ ਤਰੇ, ਹਰ ਕਾ ਨਾਮ ਹਰ ਕੋ ਨਾਮ ਕੋਟ ਪਾਪ ਹਰੇ। ਅਸੀਂ ਸੰਸਾਰੀ ਵਿਧੀਆਂ ਪਿੱਛੇ ਵੀ ਆਪਾਂ ਵਿਚਾਰ ਕੀਤੀ ਹੈ, ਉਹ ਸਾਰੀਆਂ ਸਰੀਰ ਕਰਕੇ ਜਿੰਨੇ ਪੁੰਨਦਾਨ ਆਪਾਂ ਕਰਦੇ ਹਾਂ, ਜੋ ਸਮਝੀ ਬੈਠੇ ਹੋ ਸਾਡੀ ਮੱਤ ਦਾ ਵਿਸ਼ਾ ਹੈ, ਉਹ ਤਾਂ ਮਾਨਵ ਸੋਚ ਹੈ। ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ। ਆਪਾਂ ਇਹ ਦੇਖਣਾ ਧਿਆਨ ਨਾਲ, ਇਹਨੂੰ ਵਿਚਾਰਨਾ ਵਾ। ਅੱਗੇ ਆਪਾਂ ਨੂੰ ਆ ਜਾਣਾ ਸੁਖਮਨੀ ਸਾਹਿਬ ਦੇ ਵਿੱਚ, ਕੌਣ ਬਸਤ ਆਈ ਤੇਰੇ ਸੰਗ, ਉਹ ਦ੍ਰਿਸ਼ਟੀ 'ਚ ਆਪਾਂ ਨੂੰ ਜਾ ਕੇ ਪਤਾ ਲੱਗਦਾ ਹੈ। ਉਹ ਸੱਚ ਦੇ ਗਿਆਨ ਨਾਲ ਆਪਾਂ ਨੂੰ ਪਤਾ ਲੱਗਦਾ ਵੀ ਅਸੀਂ ਤਾਂ ਸੰਸਾਰ 'ਚ ਜਿਹੜਾ ਆਏ ਹਾਂ, ਉਹਦੀ ਕਿਰਪਾ ਰਹਿਮਤ ਨਾਲ ਆਏ ਹਾਂ। ਜਨਮ ਉਹਦੀ ਕਿਰਪਾ ਨਾਲ ਹੋਇਆ ਵਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਹੁਕਮ ਤੋਂ ਬਿਨਾਂ ਜਨਮ ਹੀ ਨਹੀਂ ਹੁੰਦਾ। ਹੁਕਮੀ ਹੋਵਨ ਆਕਾਰ, ਉਹਦੀ ਕਿਰਪਾ ਰਹਿਮਤ ਨਾਲ ਸਾਨੂੰ ਦੇਹੀ ਮਿਲੀ ਹੈ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ। ਉਹਦੀ ਭਗਤੀ ਕਰਨੀ ਸੀ ਆਪਾਂ, ਜਿਹਦੀ ਕਿਰਪਾ ਰਹਿਮਤ ਨਾਲ ਆਪਾਂ ਨੂੰ ਦੇਹੀ ਮਿਲੀ ਹੈ। ਪਰ ਸਾਨੂੰ ਸੱਚ ਦਾ ਗਿਆਨ ਨਹੀਂ ਨਾ, ਤਾਂ ਕਰਕੇ ਅਸੀਂ ਕੁਰਾਹੇ ਪੈ ਜਾਂਦੇ ਹਾਂ। ਸੱਚ ਦਾ ਗਿਆਨ ਆਪਾਂ ਪਹਿਲਾਂ ਲੈਣਾ, ਫਿਰ ਸਾਡਾ ਸੰਸਾਰ 'ਚੋਂ ਛੁਟਕਾਰਾ ਹੋਣਾ। ਉਹ ਸਤਿਗੁਰੂ ਸਮਝਾਉਂਦੇ ਨੇ, ਅਨਕ ਪੁੰਨ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪ ਹਰੇ। ਕਰੋੜਾਂ ਪਾਪ ਸਾਡੇ ਪ੍ਰਾਚਿਤ ਹੋ ਜਾਂਦੇ, ਗਲਤੀਆਂ ਬਖਸ਼ਿਸ਼ ਹੋ ਜਾਂਦੀਆਂ ਨੇ। ਅਮੁੱਲ ਬਖਸ਼ ਕਿਰਪਾ ਰਹਿਮਤ ਕਰ ਦਿੰਦਾ ਹੈ ਨਾਮ ਨਾਲ। ਅੱਗੇ ਸਤਿਗੁਰੂ ਸਮਝਾਉਂਦੇ ਨੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਤੇ ਸਤਿਗੁਰੂ ਸਮਝਾਉਂਦੇ ਨੇ ਭਾਈ, ਇਹ ਗੁਰਮੁਖਾਂ ਦਾ ਨਾਮ ਹੈ, ਭਗਤ ਜਨਾਂ ਦਾ ਨਾਮ ਹੈ, ਸਾਧ ਜਨਾਂ ਦਾ ਨਾਮ ਹੈ। ਇਹ ਆਪਾਂ ਪ੍ਰਾਪਤ ਕਰਨਾ ਵਾ। ਇਹ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਬੜਭਾਗੀ ਪਾਵੇ। ਵੱਡੇ ਭਾਗਾਂ ਵਾਲੇ ਨੇ ਜਿਹੜੇ ਪ੍ਰਾਪਤੀ ਕਰਦੇ ਨੇ, ਉਹੀ ਤਾਂ ਗੁਰਸਿੱਖ ਨੇ ਭਾਈ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾਰ। ਗੁਰ ਸ਼ਬਦ ਦਾ ਗਿਆਨ ਐਸਾ ਪ੍ਰਗਾਸ ਹੈ, ਸਾਨੂੰ ਮਾਇਆ ਪਾਰ ਕਰਾ ਦਿੰਦਾ ਵਾ। ਉਹ ਆਤਮਾ
ਜਨਮ ਮਰਨ ਤੋਂ ਰਹਿਤ ਹੋ ਜਾਂਦੀ ਹੈ। ਆਪਾਂ ਸਤਿਗੁਰਾਂ ਦੀ ਵਚਨ ਲੈ ਲੈਣੇ, ਅੱਗੇ ਆਪਾਂ ਨੂੰ ਸੁਖਮਨੀ ਸਾਹਿਬ 'ਚ ਹੀ ਆ ਜਾਣੇ ਨੇ। ਅੰਤਰ ਹੋਈ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼। ਕਿਣਕਾ ਮਾਤਰ ਵੀ ਸਾਡੇ ਅੰਦਰ ਜਦੋਂ ਗਿਆਨ ਗੁਰ ਸ਼ਬਦ ਦਾ ਹੋ ਜਾਂਦਾ ਹੈ, ਉਹ ਜੀਵਾਤਮਾ ਜਨਮ ਮਰਨ ਤੋਂ ਰਹਿਤ ਹੋ ਜਾਂਦੀ ਹੈ। ਉਹੀ ਤਾਂ ਸਤਿਗੁਰ ਸਮਝਾਉਂਦੇ ਨੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਨੇਰੇ। ਇਹਨੂੰ ਵਿਚਾਰਨਾ, ਬਾਣੀ ਨੂੰ ਸੱਤ ਕਰਕੇ ਮੰਨਣਾ, ਫਿਰ ਇਹ 'ਚੋਂ ਗਿਆਨ ਹੁੰਦਾ ਰਹਿੰਦਾ ਹੈ। ਉਹ ਗਿਆਨ ਨਾਲ ਜਿਹੜੀ ਜੀਵ ਆਤਮਾ ਸੰਸਾਰੀ ਮੋਹ ਮਾਇਆ ਤੋਂ ਮੁਕਤ ਹੁੰਦੀ ਰਹਿੰਦੀ ਹੈ। ਇਹ ਮੋਹ ਦਾ ਜਿਹੜਾ ਸੰਗਲ ਅਸੀਂ ਪਾਇਆ, ਉਹ ਕੱਟਿਆ ਜਾਂਦਾ ਵਾ। ਉਸ ਅਵਸਥਾ ਦੇ ਵਿੱਚ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਇਸ ਸ਼ਲੋਕ ਦੇ ਵਿੱਚ, ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਜੇ ਦੁੱਖਾਂ ਤੋਂ ਛੁਟਕਾਰਾ ਪਾਉਣਾ ਵਾ ਤਾਂ ਸੰਸਾਰ ਦਾ ਤਿਆਗ ਕਰਨਾ ਪਊਗਾ ਆਪਾਂ ਨੂੰ। ਇਹੀ ਤਾਂ ਭਗਤੀ ਹੈ। ਆਪਦੀ ਮੱਤ ਨਾਲ ਅਸੀਂ ਤਿਆਗ ਨਹੀਂ ਕਰ ਸਕਦੇ, ਆਪਦੀ ਮੱਤ ਨਾਲ ਤਾਂ ਅਸੀਂ ਦੁੱਖ ਇਕੱਠੇ ਕਰ ਸਕਦੇ ਹਾਂ। ਸਤਿਗੁਰਾਂ ਦੇ ਵਚਨ ਨੇ ਨੌਵੇਂ ਪਾਤਸ਼ਾਹ ਦੇ, ਯਤਨ ਬਹੁਤ ਸੋਕੇ ਕੀਏ, ਦੁੱਖੋ ਕਿਉ ਨਾ ਕੋਈ। ਦੁੱਖਾਂ ਦਾ ਯਤਨ ਤਾਂ ਭਾਈ ਕੋਈ ਨਹੀਂ ਕਰਦਾ, ਦੁੱਖ ਫਿਰ ਵੀ ਆ ਜਾਣ। ਸਾਡੀ ਮੱਤ ਨਾਲ ਇਵੇਂ ਹੀ ਆਉਣਗੇ। ਆਪਾਂ ਗੁਰ ਕੀ ਮੱਤ ਲੈਣੀ ਹੈ। ਗੁਰ ਕੀ ਮੱਤ ਤੁਲੇ ਹੋਏ ਆਣੇ, ਭਗਤੀ ਬਿਨਾਵੇ ਡੂਬੇ ਸਿਆਣੇ। ਜਿਨ੍ਹਾਂ ਨੇ ਗੁਰ ਕੀ ਮੱਤ ਛੱਡਤੀ, ਗੁਰੂ ਨੂੰ ਛੱਡਤਾ, ਉਹ ਆਪਾਂ ਦੇਖਦੇ ਹੀ ਹਾਂ। ਇੰਨਾ ਕੁ ਗਿਆਨ ਆਪਾਂ ਨੂੰ ਹੁੰਦਾ ਹੀ ਹੈ, ਪਰ ਆਪਾਂ ਇਹਨਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ ਜਦ ਤੱਕ ਆਪਾਂ ਨੂੰ ਸੱਚ ਦਾ ਗਿਆਨ ਨਹੀਂ ਹੁੰਦਾ। ਉਹ ਉਹਨਾਂ ਦਾ ਜੀਵਨ ਹੈ, ਜਿਹਾ ਬੀਜੇ ਸੋ ਲੂਣੇ, ਕਰਮਾ ਸੰਦਰਾ ਖੇਤ। ਉਹ ਕੁਦਰਤ ਜਾਣਦੀ ਹੈ, ਅਸੀਂ ਤਾਂ ਆਪਦੇ ਅੰਦਰ ਝਾਕਣਾ ਹੈ। ਬਾਬਾ ਫਰੀਦ ਜੀ ਵੀ ਸਮਝਾਉਂਦੇ, ਆਪਣੇ ਗਿਰਵਾਨ ਮੈਂ ਸਿਰ ਨੀਵਾਂ ਕਰਕੇ ਦੇਖ, ਬਾਹਰ ਕਿੱਥੇ ਲੱਭਦਾ ਭਾਈ, ਤੇਰੇ ਅੰਦਰ ਹੀ ਤਾਂ ਹੈ। ਦੇਖ ਤਾਂ ਕਹਿੰਦੇ ਅੰਦਰ, ਕਿਵੇਂ ਦੇਖੀ, ਸਾਡੇ ਕੋਲ ਦਿਵ ਦ੍ਰਿਸ਼ਟੀ ਹੀ ਨਹੀਂ ਹੈਗੀ। ਆਪਾਂ ਭਗਤ ਜੀ ਦਾ ਸ਼ਲੋਕ ਲੈਂਦੇ ਹਾਂ। ਭਗਤ ਜੀ ਕੀ ਸਮਝਾਉਂਦੇ ਨੇ, ਐਸੋ ਇਹ ਸੰਸਾਰ ਪੇਖ ਨਾ ਰਹਿ ਨ ਕੋ ਪਾਈਏ ਰੇ, ਸੂਧੇ ਸੂਧੇ ਰੇਗ ਚਲੋ ਤੁਮ ਨਤਰ, ਕੁਦੱਖਾ ਦਿਵਾਈਏ ਰੇ। ਭਗਤ ਜੀ ਕਹਿੰਦੇ ਨੇ, ਇਹ ਗੁਰਮਤਿ ਮਾਰਗ 'ਤੇ ਆਪਾਂ ਚੱਲਣਾ ਵਾ। ਸਿੱਧੇ ਸਿੱਧੇ ਤੋਂ ਭਾਵ ਗੁਰੂ ਦੇ ਪਿੱਛੇ, ਜਿਵੇਂ ਨਦੀਆਂ ਨਾਲੇ ਪਿੱਛੇ ਵਿਚਾਰੇ ਆਪਾਂ ਜਾਂਦੇ ਨੇ, ਪਰ ਇੱਕ ਦਿਨ ਸਮੁੰਦਰ ਦਾ ਰੂਪ ਹੋ ਜਾਂਦੇ ਨੇ ਉਹ। ਉਹੀ ਭਗਤ ਜੀ ਸਮਝਾ ਰਹੇ ਨੇ, ਐਸੋ ਇਹ ਸੰਸਾਰ ਪੇਖਣਾ ਰਹਿ ਨ ਕੋ ਪਾਈਏ ਰੇ। ਕੀ ਸਮਝਾਉਣਾ ਚਾਹੁੰਦੇ ਨੇ ਭਗਤ ਜੀ? ਇੱਕ ਪੇਖਣਾ ਹੁੰਦਾ, ਇੱਕ ਦੇਖਣਾ ਹੁੰਦਾ। ਦੇਖਣਾ ਸੰਸਾਰ, ਅੱਖਾਂ ਦੇਖਦੀਆਂ ਨੇ, ਕੰਨ ਸੁਣਦੇ ਨੇ, ਜੀਭ ਸਵਾਦ 'ਚ ਲੱਗ ਜਾਂਦੀ ਹੈ, ਸਰੀਰਕ ਰਸ ਨੇ ਸਾਡੇ, ਉਹਨੂੰ ਅਸੀਂ ਦੇਖਣਾ ਕਹਿੰਦੇ ਹਾਂ। ਜਿੰਨੀ ਕਿਸੇ ਕੋਲ ਮੱਤ ਹੁੰਦੀ ਹੈ ਉਹਦੇ ਨਾਲ ਦਿਖਦਾ ਉਹ, ਪਰ ਉਹਦੇ ਵਿੱਚ ਤਾਂ ਜਿਹੜੇ ਗਿਆਨ ਇੰਦਰੇ ਨੇ ਸਾਡੇ, ਜਿੰਨੇ ਵੀ ਸਪਰਸ਼ ਕਰਦੇ ਨੇ, ਛੇ ਘਰ ਛੇ ਗੁਰ ਉਪਦੇਸ਼, ਉਹ ਸਾਰੇ ਤਾਂ ਮਾਇਆ ਦੇ ਨੇ। ਉਹ 'ਚੋਂ ਆਪਾਂ ਆਪਣੀ ਮੱਤ ਨਾਲ ਨਹੀਂ ਸੁੱਟ ਸਕਦੇ। ਉਹਦੇ ਤਾਂ ਵਿੱਚ ਤਾਂ ਦਲਦਲ ਹੈ, ਆਪਾਂ ਉਹਦੇ ਵਿੱਚ ਤਾਂ ਫਸਾਂਗੇ ਹੀ। ਉਹ ਤੋਂ ਤਾਂ ਬਚਣਾ ਸੀਗਾ ਆਪਾਂ। ਇੱਕ ਹੁੰਦਾ ਪੇਖਣਾ, ਪੇਖਣਾ ਹੁੰਦਾ ਦਿਵ ਦ੍ਰਿਸ਼ਟੀ ਨਾਲ। ਬਾਣੀ ਆਪਾਂ ਨੂੰ ਦਿਵ ਦ੍ਰਿਸ਼ਟੀ ਦਿੰਦੀ ਹੈ। ਆਪਾਂ ਸਤਿਗੁਰਾਂ ਦੇ ਵਚਨ ਲੈਂਦੇ ਆਨੰਦ ਸਾਹਿਬ ਦੇ, ਇਹ ਨੇਤਰ ਅੰਧ ਥੇ ਸਤਿਗੁਰ ਮਿਲੀਏ, ਦਿਵ ਦ੍ਰਿਸ਼ਟ ਹੋਈ। ਅੰਨਾ ਹੈ ਮਨ, ਮੰਨਦਾ ਨਹੀਂ ਹੈਗਾ। ਆਸਾ ਦੀ ਵਾਰ ਸਤਿਗੁਰਾਂ ਨੇ ਸਮਝਾਇਆ, ਮਨ ਅੰਧਾ ਨਾਉ ਸੁਜਾਨ, ਸਿਆਣਾ ਬਣ ਕੇ ਬਹਿ ਗਿਆ, ਇਸ ਕਰਕੇ ਤਾਂ ਰਹਿ ਜਾਂਦਾ ਇਹ। ਉਹਨੂੰ ਪੇਖਣਾ ਕਹਿੰਦੇ ਆ। ਉਹ ਗਿਆਨ ਨਾਲ ਆਪਾਂ ਦੇਖਣਾ ਵਾ। ਜਦੋਂ ਆਪਾਂ ਨੂੰ ਇਹ ਗਿਆਨ ਹੁੰਦਾ, ਪਹਿਲਾ ਪਦਾਰਥ ਆਪਾਂ ਨੂੰ ਵੀ ਗੁਰਮਤਿ ਮਾਰਗ ਤੋਂ ਭਾਵ ਗਿਆਨ ਮਾਰਗ ਹੈ, ਗਿਆਨੀਆਂ ਦਾ ਮਾਰਗ ਹੈ। ਜਦੋਂ ਆਪਾਂ ਨੂੰ ਗਿਆਨ ਹੁੰਦਾ, ਉਹਨੂੰ ਪੇਖਣਾ ਕਹਿੰਦੇ ਆ। ਫਿਰ ਆਪਾਂ ਦੇਖਦੇ ਹਾਂ, ਫਿਰ ਮਨ ਬੁੱਧੀ ਸਿੱਧੇ ਆਪਦੇ ਘਰ ਨੂੰ ਜਾਂਦੇ ਨੇ, ਸੰਸਾਰੀ ਕੰਮ ਮੁਕਾ ਕੇ ਸਤਿਗੁਰ ਆਇਓ ਸ਼ਰਨ ਤੁਹਾਰੀ, ਫਿਰ ਉੱਥੇ ਚਲੇ ਜਾਂਦੇ ਨੇ। ਫਿਰ ਆਪਣੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਇਹਨੂੰ ਵਿਚਾਰਨਾ ਵਾ, ਸਮਝਣਾ ਵਾ, ਫਿਰ ਆਪਾਂ ਨੂੰ ਇਹ ਪ੍ਰਾਪਤੀ ਹੋਣੀ। ਉਹੀ ਭਗਤ ਜੀ ਨੇ ਸਮਝਾਇਆ, ਐਸੋ ਇਹ ਸੰਸਾਰ ਪੇਖਣਾ ਰਹਿ ਨ ਕੋ ਪਾਈਏ ਰੇ, ਸੂਧੇ ਸੂਧੇ ਰੇਗ ਚਲੋ ਤੁਮ ਨ ਤਰਕ ਧੱਕਾ ਦਵਾਈਏ ਰੇ। ਨ ਤਰਕ ਧੱਕੇ ਤੋਂ ਭਾਵ ਹੈ, ਜੇ ਐਸਾ ਧੱਕਾ ਲੱਗੂ, ਫਿਰ 84 ਲੱਖ ਜੂਨੀ ਨੂੰ ਆਪਾਂ ਨੂੰ ਜਾਣਾ ਪਊਗਾ। ਜਿਹਦੀ ਖਾਤਰ ਆਪਾਂ ਇਹ ਜਨਮ ਲਿਆ, ਸਰੀਰ ਧਾਰਿਆ, ਜੰਮਣ ਮਰਨ ਦਾ ਗੇੜ ਮਕਾਉਣ ਖਾਤਰ, ਫਿਰ ਆਪਾਂ ਨੂੰ ਦੁਬਾਰਾ ਧੱਕਾ ਲੱਗ ਜੂ। ਸਿੱਧੇ ਨਾ ਚੱਲੇ ਗੁਰੂ ਭਗਤਾਂ ਦਰਸਾਏ ਰਾਹ 'ਤੇ, ਫਿਰ ਆਪਾਂ ਨੂੰ ਐਡਾ ਵੱਡਾ ਝਮੇਲਾ 84 ਲੱਖ ਜੂਨੀ ਦਾ ਫਿਰ ਚੱਕਣਾ ਪਊ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਗੁਰਮਤਿ ਮਾਰਗ 'ਤੇ ਚੱਲੀਏ। ਸਤਿਗੁਰ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ, ਆਪਾਂ ਉਹਦੀ ਸ਼ਰਨ ਜਾਣਾ ਹੈ। ਕਿਵੇਂ ਜਾਵਾਂਗੇ? ਬਾਣੀ ਦੇ ਵਿੱਚ ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਇਹ ਸਮਝਾਇਆ ਗਿਆ। ਪਹਿਲਾਂ ਸੰਸਾਰੀ ਜਿਹੜਾ ਆਪਣਾ ਕੰਮ ਹੈ ਉਹ ਮੁਕਾਉਣਾ ਹੈ। ਰਹਿ ਰਸ ਵੀ ਆਪਾਂ ਰੋਜ਼ ਪੜ੍ਹਦੇ ਹਾਂ, ਅਵਰ ਕਾਜ ਤੇਰੀ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ ਨਾਮ ਦੀ ਪ੍ਰਾਪਤੀ ਖਾਤਰ ਆਪਾਂ ਨੂੰ ਇਹ ਮਨੁੱਖਾ ਦੇਹੀ ਮਿਲੀ ਹੈ। ਨਾਮ ਦੀ ਪ੍ਰਾਪਤੀ ਆਪਾਂ ਨੂੰ ਤਾਂ ਹੋਊਗੀ, ਇਹ ਸੰਸਾਰੀ ਜਿਹੜੇ ਕਾਜ ਨੇ ਉਹ ਸਰੀਰ ਕਰਕੇ ਕਰਨੇ ਨੇ, ਇਹ ਆਤਮਾ ਕਰਕੇ ਕਰਨਾ। ਆਓ ਸਾਰੇ
ਮਿਲ ਕੇ ਸਤਿਗੁਰਾਂ ਦੀ ਰਹਿਮਤ ਲਈਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਇਹ ਪ੍ਰਾਪਤੀ ਹੋਏ, ਅਸੀਂ ਵੀ ਦੇਵਲੋਕ ਜਾਈਏ, ਉਹਦੀ ਸ਼ਰਨ ਜਾਈਏ, ਸਾਡੀ ਨਾਮ ਦੀ ਭਗਤੀ ਸ਼ੁਰੂ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।